ਪੰਜਾਬ ਦੇ ਪ੍ਰਮੁੱਖ ਸਿਆਸੀ ਹਾਲਾਤਾਂ ਅਤੇ ਸਿਆਸੀ ਖਬਰਾਂ ਦੇ ਸਾਡੇ ਇਸ ਖਾਸ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ। 10 ਅਪ੍ਰੈਲ ਨੂੰ 5 ਰਾਜ ਸਭਾ ਦੇ ਮੈਂਬਰ ਹੈ ਜਿਹੜੇ ਉਹਨਾਂ ਦੀ ਮਿਆਦ ਖਤਮ ਹੋ ਜਾਵੇਗੀ। ਰਾਜ ਸਭਾ ਦੇ ਵਿੱਚੋਂ ਉਹਨਾਂ ਦੀ ਮੈਂਬਰੀ ਦੀ ਮਿਆਦ ਖਤਮ ਹੋ ਜਾਵੇਗੀ। ਉਸ ਤੋਂ ਬਾਅਦ ਪੰਜ ਜਿਹੜੇ ਮੈਂਬਰ ਨੇ ਉਹ ਚੁਣੇ ਜਾਣੇ ਨੇ। ਉਹਨਾਂ ਦੀ ਚੋਣ ਨੂੰ ਲੈ ਕੇ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਜਿਹੜੇ ਆਗੂ ਜਿਹੜੇ ਚਾਹੁੰਦੇ ਨੇ ਰਾਜ ਸਭਾ ਦੇ ਵਿੱਚ ਜਾਣਾ, ਉਹਨਾਂ ਦੇ ਵਿੱਚ ਜੋੜ ਤੋੜ ਦੀ ਸਿਆਸਤ ਸ਼ੁਰੂ ਹੋ ਗਈ ਹੈ। ਉਸ ਤੋਂ ਬਾਅਦ ਗੱਲ ਕਰਾਂਗੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਉਸ ਦੇ ਕੀ ਅਸਰ ਰਹਿਣ ਵਾਲੇ ਨੇ, ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਕੈਰੀਅਰ ਦੇ ਉੱਪਰ ਕੀ ਪ੍ਰਭਾਵ ਪੈ ਸਕਦੇ ਨੇ। ਉਸ ਤੋਂ ਬਾਅਦ ਗੱਲ ਕਰਾਂਗੇ ਸਨੀ ਦਿਓਲ ਦੀ। ਦੀਪ ਸਿੱਧੂ ਦੇ ਅੰਤਿਮ ਰਸਮਾਂ ਦੇ ਮੌਕੇ ਜਾਂ ਦੀਪ ਸਿੱਧੂ ਦੇ ਭੋਗ ਦੇ ਮੌਕੇ ਸਨੀ ਦਿਓਲ ਨਹੀਂ ਪਹੁੰਚੇ। ਸਿਆਸੀ ਦੌਰ ਦੇ ਵਿੱਚ ਜਦੋਂ ਸਨੀ ਦਿਓਲ ਨੇ ਚੋਣਾਂ ਲੜੀਆਂ ਸਨ ਉਦੋਂ ਦੀਪ ਸਿੱਧੂ ਉਹਨਾਂ ਦੇ ਨਾਲ ਬੜੇ ਲੰਮੇ ਸਮੇਂ ਤੱਕ ਰਹੇ, ਚੋਣਾਂ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ, ਕੰਪੇਨਿੰਗ ਵੀ ਕੀਤੀ। ਇਸ ਬਾਬਤ ਵੀ ਗੱਲਬਾਤ ਕਰਾਂਗੇ ਕਿ ਸਨੀ ਦਿਓਲ ਕਿਉਂ ਨਹੀਂ ਆਏ। ਉਸ ਤੋਂ ਬਾਅਦ ਗੱਲ ਕਰਾਂਗੇ ਪਾਕਿਸਤਾਨ ਦੀ ਭਾਰਤ ਵੱਲੋਂ ਭੇਜੀ ਗਈ ਰਸਦ ਦੇ ਟਰੱਕਾਂ ਦੇ ਉੱਤੇ ਪਾਕਿਸਤਾਨ ਦੇ ਅਧਿਕਾਰੀਆਂ ਵੱਲੋਂ ਭਾਰਤ ਦੇ ਬੈਨਰ ਲਾਹੇ ਗਏ ਨੇ। ਇਸ ਬਾਬਤ ਵੀ ਗੱਲਬਾਤ ਕਰਾਂਗੇ ਤੇ ਹੋਰ ਵੀ ਕੌਮਾਂਤਰੀ ਖਬਰਾਂ ਤੇ ਨਜ਼ਰ ਪਾਵਾਂਗੇ। ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਮੇਰੇ ਨਾਲ ਨੇ। ਡੱਲਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ। ਬਹੁਤ-ਬਹੁਤ ਧੰਨਵਾਦ ਜਗਦੀਸ਼ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਰਾਜ ਸਭਾ ਦੇ 5 ਮੈਂਬਰਾਂ ਦੀ ਜਿਹੜੀ ਉੱਥੇ ਰਾਜ ਸਭਾ ਦੇ ਵਿੱਚ ਜਿਹੜੀ ਮਿਆਦ ਹੁੰਦੀ ਹੈ ਉਹ ਕਾਰਜਕਾਲ ਦੀ ਉਹ ਖਤਮ ਹੋ ਗਈ ਹੈ ਤੇ ਹੁਣ ਸੂਬੇ ਦੀ ਸਿਆਸਤ ਦੇ ਵਿੱਚ ਬਹੁਤ ਸਾਰੇ ਅਜਿਹੇ ਆਗੂ ਜਿਹੜੇ ਦੁਬਾਰਾ ਤੋਂ ਐਕਟਿਵ ਹੋ ਗਏ ਆ, ਜਿਹੜੇ ਰਾਜ ਸਭਾ ਦੀ ਮੈਂਬਰੀ ਦੀ ਜਿਹੜੀ ਆਪਣੀ ਜਿਹੜੀ ਦਾਅਵੇਦਾਰੀ ਪੇਸ਼ ਕਰਨ ਜਾ ਰਹੇ ਨੇ। ਕਿਵੇਂ ਦੇਖਦੇ ਹੋ ਡੱਲਾ ਸਾਹਿਬ? ਦੇਖੋ, ਬੜੀ ਵਿਚਿੱਤਰ ਸਥਿਤੀ ਹੈ ਜੀ ਪੰਜਾਬ 'ਚ। ਕੀ ਕਾਂਗਰਸ ਦੁਬਾਰਾ ਸਰਕਾਰ ਬਣਾ ਸਕੇਗੀ? ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਪਤਾ 10 ਮਾਰਚ ਨੂੰ ਲੱਗਣਾ ਹੈ, ਪਰ ਰਾਜ ਸਭਾ ਦੀ ਮੈਂਬਰੀ ਨੂੰ ਲੈ ਕੇ, ਰਾਜ ਸਭਾ ਦੀ ਮੈਂਬਰੀ ਹਾਸਲ ਕਰਨ ਨੂੰ ਲੈ ਕੇ ਵੀ ਘੁਸਰ ਮੁਸਰ ਸ਼ੁਰੂ ਹੋਈ ਹੈ। ਸੋ ਹੁਣ ਕਈ ਲੀਡਰ ਨੇ ਜਿਹੜੇ ਇਸ ਤਾਕ 'ਚ ਨੇ ਕਿ ਸਾਡੇ ਕਿੰਨੇ ਕੁ MLA ਆਉਂਦੇ ਆ, ਕਿਉਂਕਿ ਰਾਜ ਸਭਾ ਦੀ ਮੈਂਬਰੀ ਦਾ ਸੰਬੰਧ MLAਆਂ ਦੀ ਗਿਣਤੀ ਨਾਲ ਬਣ ਜਾਂਦਾ ਹੈ। ਔਰ ਪਿਛਲੀ ਵਾਰੀ ਜਿਹੜੀਆਂ ਰਾਜ ਸਭਾ ਦੀਆਂ ਚੋਣਾਂ ਪੰਜਾਬ 'ਚੋਂ ਹੋਈਆਂ ਸੀ ਉਹ 2015 'ਚ ਹੋਈਆਂ ਸੀ। ਲਗਭਗ ਸਾਰੇ ਵੱਡੇ ਰਾਜ ਸਭਾ ਦੇ ਮੈਂਬਰ ਉਦੋਂ ਚਲੇ ਗਏ ਤੇ 6-7 ਮੈਂਬਰ ਰਾਜ ਸਭਾ 'ਚ ਉਦੋਂ ਪੰਜਾਬ 'ਚੋਂ ਗਏ। ਹੁਣ ਕਾਂਗਰਸ 'ਚੋਂ ਉਦੋਂ ਬੀਬੀ ਅੰਬਿਕਾ ਸੋਨੀ ਤੇ ਭੂੰਦੜ ਸਾਹਿਬ ਅਕਾਲੀ ਦਲ 'ਚੋਂ, ਤੇ ਇਸ ਤੋਂ ਇਲਾਵਾ ਬੀਜੇਪੀ ਨੇ ਸ਼ਵੇਤ ਮਲਿਕ ਉਹਨਾਂ ਨੂੰ ਰਾਜ ਸਭਾ 'ਚ ਭੇਜਿਆ ਸੀ। ਫਿਰ ਕਾਂਗਰਸ 'ਚ ਸ਼ਮਸ਼ੇਰ ਸਿੰਘ ਦੂਲੋਂ ਰਾਜ ਸਭਾ ਦੇ ਮੈਂਬਰ ਸੀ, ਪ੍ਰਤਾਪ ਸਿੰਘ ਬਾਜਵਾ ਸੀ, ਸਾਨੂੰ ਪਤਾ ਹੈ। ਫਿਰ ਅਕਾਲੀ ਦਲ 'ਚ ਸੁਖਦੇਵ ਸਿੰਘ ਢੀਂਡਸਾ ਵੀ ਸੀ ਤੇ ਨਰੇਸ਼ ਗੁਜਰਾਲ ਨੂੰ ਵੀ ਬਣਾਇਆ ਗਿਆ ਸੀ, ਜਿਹੜੇ ਕਿ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਨੇ, ਅਕਾਲੀ ਦਲ ਦੇ ਆਗੂ ਨੇ। ਸੋ ਇਹ 5 ਮੈਂਬਰਾਂ ਦੀ ਜਿਹੜੀ ਮਿਆਦ ਹੈ ਉਹ ਖਤਮ ਹੋ ਰਹੀ ਹੈ 10 ਅਪ੍ਰੈਲ ਨੂੰ। ਹੁਣ 10 ਅਪ੍ਰੈਲ ਨੂੰ ਜਿਨ੍ਹਾਂ ਦੀ ਮਿਆਦ ਖਤਮ ਹੋ ਰਹੀ ਹੈ, ਇੱਕ ਤਾਂ ਇੰਦਰ ਕੁਮਾਰ ਗੁਜਰਾਲ ਨੇ, ਇੱਕ ਸ਼ਮਸ਼ੇਰ ਸਿੰਘ ਦੂਲੋ ਨੇ, ਸੁਖਦੇਵ ਢੀਂਡਸਾ ਨੇ, ਸ਼ਵੇਤ ਮਲਿਕ ਨੇ ਤੇ ਪ੍ਰਤਾਪ ਸਿੰਘ ਬਾਜਵਾ ਨੇ। ਦੇਖੋ, ਸ਼ਮਸ਼ੇਰ ਦੂਲੋਂ ਕਾਂਗਰਸ ਦੀ ਟਿਕਟ ਕਿਤੇ ਨਾ ਕਿਤੇ ਪਤਾ ਨਹੀਂ ਉਹਨਾਂ ਨੇ ਮੰਗੀ ਜਾਂ ਨਹੀਂ, ਪਰ ਨਵਜੋਤ ਸਿੰਘ ਸਿੱਧੂ ਚਾਹੁੰਦੇ ਸੀ ਕਿ ਸ਼ਮਸ਼ੇਰ ਸਿੰਘ ਦੂਲੋਂ ਉਹਨਾਂ ਨੂੰ ਵੀ ਚੋਣ ਲੜਾਈ ਜਾਵੇ, ਕਿਤੇ ਨਾ ਕਿਤੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ। ਪਰ ਸ਼ਮਸ਼ੇਰ ਸਿੰਘ ਦੂਲੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ, ਉਹਨਾਂ ਦੀ ਰਾਜ ਸਭਾ ਦੀ ਮੈਂਬਰੀ ਵੀ ਖਤਮ ਹੋਣ ਵਾਲੀ ਹੈ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੀ ਮੈਂ ਸੂਬੇ 'ਚ ਆਉਣਾ, ਕਿਉਂਕਿ ਉਹਨਾਂ ਦੀ ਵੀ ਮੈਂਬਰੀ ਖਤਮ ਹੋਣ ਵਾਲੀ ਸੀ। ਉਹਨਾਂ ਨੂੰ ਵੀ ਪਤਾ ਸੀ ਕਿਤੇ ਨਾ ਕਿਤੇ ਵੀ ਇਸ ਗੱਲ ਦੀ ਗਰੰਟੀ ਨਹੀਂ ਭਾਈ, ਪਤਾ ਨਹੀਂ ਦੁਬਾਰਾ ਰਾਜ ਸਭਾ 'ਚ ਮੌਕਾ ਮਿਲੂ ਜਾਂ ਨਹੀਂ। ਸੋ ਉਹਨਾਂ ਨੇ ਵਿਧਾਨ ਸਭਾ ਕਾਦੀਆਂ ਤੋਂ ਲੜਨ ਦਾ ਫੈਸਲਾ ਕੀਤਾ। ਚੰਗੀ ਗੱਲ ਹੈ, ਪ੍ਰਤਾਪ ਬਾਜਵਾ ਸਿਆਣੇ ਲੀਡਰ ਨੇ, ਉਹ ਸਿਆਸਤ 'ਚ ਵਿਧਾਨ ਸਭਾ 'ਚ ਵੀ ਆ ਜਾਣਗੇ ਮੈਨੂੰ ਲੱਗਦਾ ਹੈ, ਤੇ ਉਹ ਵਾਪਸ ਆ ਗਏ। ਹੁਣ ਸੁਖਦੇਵ ਢੀਂਡਸਾ ਜੀ ਨੇ ਆਪਣੀ ਪਾਰਟੀ ਬਣਾ ਲਈ, ਸੰਯੁਕਤ ਅਕਾਲੀ ਦਲ ਬਣ ਗਿਆ ਉਹਨਾਂ ਦਾ, ਤੇ ਉਹ ਬੀਜੇਪੀ ਨਾਲ ਚਲੇ ਗਏ, ਤੇ ਨਰੇਸ਼ ਕੁਮਾਰ ਗੁਜਰਾਲ ਹੋਣੀ ਵਿਹਲੇ ਹੋ ਜਾਣਗੇ। ਹੁਣ ਮੈਂ ਗੱਲ ਸ਼ਵੇਤ ਮਲਿਕ ਵੀ ਜਿਹੜੀ ਮੈਂਬਰੀ ਆ ਉਹਨਾਂ ਦੀ ਵੀ ਖਤਮ ਹੋਣ ਵਾਲੀ ਹੈ। ਹੁਣ ਸਵਾਲ ਇਹ ਹੈ, ਇੱਕ ਇੱਕ ਕਰਕੇ ਮੈਂ ਕਰੂੰਗਾ। ਪਹਿਲਾਂ ਤਾਂ ਕਾਂਗਰਸ ਦੀ ਗੱਲ ਹੈ। ਕਾਂਗਰਸ ਕਿੰਨੀਆਂ ਸੀਟਾਂ ਜਿੱਤਦੀ ਹੈ ਇਹਦੇ ਤੇ ਨਿਰਭਰ ਕਰਦਾ ਹੈ ਕਿ ਦਾਅਵਾ ਕਿਹਦਾ ਬਣਦਾ ਹੈ। ਪਰ ਮੇਰਾ ਇਹ ਮੰਨਣਾ ਹੈ ਕਿ ਇਸ ਵਾਰ ਜਿਹੜੀ ਰਾਜ ਸਭਾ ਦੀ ਚੋਣ ਹੈ ਜਗਦੀਸ਼ ਜੀ, ਉਹ ਪਿਛਲੀਆਂ ਚੋਣਾਂ ਨਾਲੋਂ ਵੱਖਰੀ ਹੋਊ। 2015 'ਚ ਰਾਜ ਸਭਾ ਦੀਆਂ ਚੋਣਾਂ ਹੋਈਆਂ ਸੀ। अब पिछले 5 साल, क्योंकि टर्म 6 साल की होंगी है, पिछले 5 साल मौका ही नहीं मिलया किसी को राज सभा च जाण दा, नहीं तो पंजाब के कोटे चों, नहीं तो आम आदमी पार्टी वाले भी कोई ना कोई
ਫਾਇਦਾ ਲੈ ਸਕਦੇ ਸੀ। ਹੁਣ ਸਵਾਲ ਇਹ ਹੈ ਕਿ ਟਰਮ ਖਤਮ ਹੋਊਗੀ ਤੇ ਅਗਲਿਆਂ ਨੂੰ ਵਾਰੀ ਆਊ। ਅੱਗੇ ਕੀ ਹੁੰਦਾ ਸੀ, ਆਮ ਤੌਰ ਤੇ ਅਕਾਲੀ ਤੇ ਬੀਜੇਪੀ, ਕਿਉਂਕਿ ਦੋ ਹੀ ਧਿਰਾਂ ਸੀ ਮੇਨ, 2015 ਚ ਵੀ ਦੋ ਹੀ ਧਿਰਾਂ ਸੀ, ਅਕਾਲੀ ਬੀਜੇਪੀ ਤੇ ਕਾਂਗਰਸ। ਇੱਕ ਪਾਸੇ ਕਾਂਗਰਸ, ਇੱਕ ਪਾਸੇ ਅਕਾਲੀ ਬੀਜੇਪੀ। ਔਰ ਲਗਭਗ ਸਰਬਸੰਮਤੀ ਦੇ ਨਾਲ ਪੰਜਾਬ ਚੋਂ ਰਾਜ ਸਭਾ ਲਈ ਮੈਂਬਰ ਚੁਣੇ ਜਾਂਦੇ ਸੀ, ਕਿਉਂਕਿ ਰਾਜ ਸਭਾ ਲਈ ਜਿਹੜੀਆਂ ਵੋਟਾਂ ਪੈਣੀਆਂ ਹੁੰਦੀਆਂ ਉਹ ਵਿਧਾਇਕਾਂ ਦੀਆਂ ਪੈਣੀਆਂ ਹੁੰਦੀਆਂ। ਹੁਣ ਵਿਧਾਇਕਾਂ ਦੀ ਗਿਣਤੀ ਦੇ ਨਾਲ ਹੀ ਸੀਟਾਂ ਤੈਅ ਹੁੰਦੀਆਂ ਨੇ। ਇਸ ਵਾਰ ਕਿਉਂਕਿ ਸਾਨੂੰ ਪਤਾ ਫਸਵੀਂ ਟੱਕਰ ਹੈ, ਹਜੇ ਤੱਕ ਇਸ ਵਾਰ ਇਹੀ ਨਹੀਂ ਕਲੀਅਰ ਵੀ ਸਰਕਾਰ ਕਿਹਦੀ ਆਉਣੀ ਹੈ, ਕਿ ਕਾਂਗਰਸ ਰਿਪੀਟ ਕਰੂ, ਬੀਜੇਪੀ ਅਕਾਲੀ ਗੱਠਜੋੜ ਬਣੂ, ਜਾਂ ਆਮ ਆਦਮੀ ਪਾਰਟੀ ਆਊ, ਜਾਂ ਕਿਸਾਨ ਮੋਰਚਾ ਆਊ, ਜਾਂ ਕੌਣ ਆਊ। ਦੂਸਰਾ ਇਹ ਵੀ ਨਹੀਂ ਤੈਅ ਕਿ ਗੱਠਜੋੜ 'ਚ ਸਰਕਾਰ ਬਣੂ ਜਾਂ ਕੋਈ ਸਪਸ਼ਟ ਬਹੁਮਤ ਨਾ ਆਊ। ਜਿਹੜੀ ਧਿਰ ਸਪਸ਼ਟ ਬਹੁਮਤ ਨਾ ਆ ਗਈ, ਇਹਦਾ ਮਤਲਬ ਹੈ ਉਹ ਘੱਟੋ ਘੱਟ 60 ਵਿਧਾਇਕਾਂ ਵਾਲੀ ਪਾਰਟੀ ਹੈ, ਫਿਰ ਉਹਦੇ ਰਾਜ ਸਭਾ ਦੇ ਮੈਂਬਰ ਨਿਸ਼ਚਿਤ ਤੌਰ ਤੇ ਜ਼ਿਆਦਾ ਚੁਣੇ ਜਾਣਗੇ। ਪਰ ਵੋਟਾਂ ਇਸ ਵਾਰ ਪੈਣੀਆਂ ਨੇ ਰਾਜ ਸਭਾ ਦੇ ਵਿੱਚ, ਚੋਣਾਂ ਦੇ ਵਿੱਚ, ਰਾਜ ਸਭਾ ਚੋਣਾਂ ਲਈ ਵਿਧਾਨ ਸਭਾ 'ਚ। ਕਿਉਂ? ਕਿਉਂਕਿ ਸਹਿਮਤੀ ਨਹੀਂ ਬਣਨੀ। ਅਕਾਲੀ ਦਲ ਅਲੱਗ ਹੈ, ਬੀਜੇਪੀ ਅਲੱਗ ਹੈ, ਆਮ ਆਦਮੀ ਪਾਰਟੀ ਅਲੱਗ ਹੈ ਤੇ ਕਾਂਗਰਸ ਅਲੱਗ ਹੈ। ਹੁਣ ਚਾਰ ਧਿਰਾਂ ਨੇ। ਪਹਿਲਾਂ ਇੱਕ ਪਾਸੇ ਕਾਂਗਰਸ ਹੁੰਦੀ ਸੀ, ਇੱਕ ਪਾਸੇ ਅਕਾਲੀ ਬੀਜੇਪੀ। ਹੁਣ ਚਾਰ ਧਿਰਾਂ ਹੋ ਗਈਆਂ। ਜੇ ਕਿਸਾਨ ਵੀ ਜਿੱਤ ਕੇ ਪਹੁੰਚ ਗਏ, ਉਹ ਵੀ ਆਪਣੀ ਧਿਰ ਨੇ। ਸੋ ਇਸ ਕਰਕੇ ਜਗਦੀਸ਼ ਜੀ, ਇਸ ਵਾਰ ਜਿਹੜੀ ਰਾਜ ਸਭਾ ਦੀ ਮੈਂਬਰੀ 'ਚ ਕਿਸੇ ਦਾ ਚੁਣਿਆ ਜਾਣਾ ਹੁਣ ਉਹ ਵੋਟਿੰਗ ਤੇ ਨਿਰਭਰ ਕਰੂਗਾ। ਸੋ ਇਸ ਵਾਰ ਬੜੀ ਫਸਵੀਂ ਟੱਕਰ ਹੋਣੀ ਹੈ। ਔਰ ਬੀਜੇਪੀ ਦੀ ਵੀ ਕੋਸ਼ਿਸ਼ ਹੋਣੀ ਹੈ ਕਿ ਜੇ ਸਾਡੇ ਵਿਧਾਇਕਾਂ ਦੀ ਗਿਣਤੀ ਆ ਗਈ, ਜਾਂ ਅਸੀਂ ਅਕਾਲੀ ਦਲ ਨਾਲ ਗੱਠਜੋੜ 'ਚ ਆ ਗਏ, ਅਸੀਂ ਕਾਂਗਰਸ ਤੇ ਆਪ ਨਾਲੋਂ ਵੱਧ ਰਾਜ ਸਭਾ ਦੇ ਮੈਂਬਰ ਜਿੱਤ ਲਈਏ। ਕਾਂਗਰਸ ਦੀ ਕੋਸ਼ਿਸ਼ ਹੋਣੀ ਅਸੀਂ ਵੀ ਰਾਜ ਸਭਾ 'ਚ ਭੇਜ ਲਈਏ ਆਪਣੇ ਵੱਧ ਤੋਂ ਵੱਧ ਮੈਂਬਰ। ਤੇ ਕੋਸ਼ਿਸ਼ ਹੋਣੀ ਹੈ ਆਮ ਆਦਮੀ ਪਾਰਟੀ ਦੀ ਵੀ ਅਸੀਂ ਵੀ ਪੰਜਾਬ ਦੇ ਕੋਟੇ 'ਚੋਂ ਰਾਜ ਸਭਾ 'ਚ ਆਪਣੇ ਬੰਦੇ ਭੇਜੀਏ, ਆਪਣੇ MLA ਭੇਜੀਏ, MP ਭੇਜੀਏ। ਹੁਣ ਸਵਾਲ ਜਿਹੜਾ ਵੱਡਾ ਗੱਲ ਹੈ, ਹੁਣ ਰਾਜ ਸਭਾ 'ਚ ਨਜ਼ਰ ਕਿਹਦੀ ਹੈ। ਦੇਖੋ, ਸੁਨੀਲ ਜਾਖੜ ਉਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਬਿਆਨ ਦਿੱਤੇ ਕਿ ਮੈਂ ਸਰਗਰਮ ਪੋਲਿਟਿਕਸ ਤੋਂ ਕਿਨਾਰਾ ਕਰ ਲਿਆ, ਵੀ ਹੁਣ ਮੈਂ ਐਕਟਿਵ ਪੋਲਿਟਿਕਸ 'ਚ ਨਹੀਂ ਹਾਂ। ਫਿਰ ਕਾਂਗਰਸ ਚਾਹੂਗੀ ਕਿ ਸੁਨੀਲ ਜਾਖੜ ਹੋਣੀ ਨਾਰਾਜ਼ ਨਾ ਹੋਣ, ਅਗਰ ਉਹਨਾਂ ਨੂੰ ਅਸੀਂ ਬਤੌਰ ਸੁਨੀਲ ਜਾਖੜ ਕਿ ਮੈਨੂੰ 40-42 MLA ਦਾ ਸਮਰਥਨ ਸੀ ਭਾਈ, ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ। ਹੁਣ ਅੰਬਿਕਾ ਸੋਨੀ ਜੀ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਅਪ੍ਰੈਲ 'ਚ, ਉਹਨਾਂ ਦਾ ਵੀ ਖਤਮ ਹੋਣ ਵਾਲਾ ਜੀ। ਉਹਨਾਂ ਦਾ ਸ਼ਾਇਦ ਜੂਨ 'ਚ ਖਤਮ ਹੋਣਾ, ਜੂਨ 'ਚ ਖਤਮ ਹੋਣ ਵਾਲਾ ਜੀ। ਦੋ ਹੋਰ MP ਨੇ ਜੁਲਾਈ 'ਚ ਉਹਨਾਂ ਦਾ ਖਤਮ ਹੋਣ ਵਾਲਾ ਜੀ, ਜੁਲਾਈ 'ਚ। ਹੁਣ ਦੋ ਹੋਰ MP ਨੇ, ਅੰਬਿਕਾ ਸੋਨੀ ਤੇ ਬਲਵਿੰਦਰ ਸਿੰਘ ਭੁੰਦੜ, ਉਹਨਾਂ ਦਾ ਜੁਲਾਈ 'ਚ ਖਤਮ ਹੋਣਾ। ਹੁਣ ਅਗਰ ਅੰਬਿਕਾ ਸੋਨੀ ਜੀ ਚਲੇ ਜਾਣਗੇ, ਪਤਾ ਨਹੀਂ ਉਹ ਦੁਬਾਰਾ ਉਹਨਾਂ ਨੂੰ ਮੌਕਾ ਇਸ ਵਾਰ ਮਿਲੂ ਜਾਂ ਨਹੀਂ ਮਿਲੂ। ਪਰ ਸੁਨੀਲ ਜਾਖੜ ਬਾਰੇ ਫਿਰ ਸੋਚਿਆ ਜਾ ਸਕਦਾ ਵੀ ਪਹਿਲਾਂ ਅਗਰ ਅੰਬਿਕਾ ਸੋਨੀ ਜੀ ਨੇ ਕਹਿਤਾ ਵੀ ਅਸੀਂ ਪੰਜਾਬ 'ਚ ਸੁਨੀਲ ਜੀ ਦੀ ਬਜਾਏ ਦੂਸਰੇ ਭਾਈਚਾਰੇ 'ਚੋਂ ਬਣਾ ਲਈਏ, ਤੇ ਉਹ ਗਿਲਾ ਐਤਕੀ ਨਿਕਲ ਸਕਦਾ ਵੀ ਐਤਕੀ ਹੋ ਸਕਦਾ ਹਾਈ ਕਮਾਂਡ ਚਾਹਵੇ ਕਿ ਅੰਬਿਕਾ ਸੋਨੀ ਜੀ ਦੀ ਮਿਆਦ ਖਤਮ ਹੋ ਗਈ, ਚਲੋ ਸੁਨੀਲ ਜਾਖੜ ਜੀ ਤੁਸੀਂ ਅੰਬਿਕਾ ਸੋਨੀ ਵਾਲੀ ਥਾਂ ਦੇ ਉੱਤੇ ਰਾਜ ਸਭਾ 'ਚ ਆ ਜਾਓ। ਹੁਣ ਸੁਨੀਲ ਜਾਖੜ ਜੀ ਦਾ ਲਗਾਤਾਰ ਇਹ ਕਹਿਣਾ ਕਿ ਮੈਂ ਐਕਟਿਵ ਪੋਲਿਟਿਕਸ ਤੋਂ ਸੰਨਿਆਸ ਲੈ ਲਿਆ ਤੇ ਮੈਂ ਰਹਿਣਾ ਕਾਂਗਰਸ 'ਚ ਹੀ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਇਸ਼ਾਰਿਆਂ 'ਚ, ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਜਾਂ ਨਹੀਂ ਕਿਹਾ, ਪਰ ਮੈਨੂੰ ਲੱਗਦਾ ਹੈ ਕਿ ਇਸ਼ਾਰਿਆਂ 'ਚ ਕਾਂਗਰਸ ਨੇ ਇਹ ਸੰਕੇਤ ਲੈ ਲਏ ਹੋਣੇ। ਮੈਂ ਤਾਂ ਇਹ ਸੰਕੇਤ ਲੈ ਲਏ ਵੀ ਸੁਨੀਲ ਜਾਖੜ ਜੀ ਨੂੰ ਰਾਜ ਸਭਾ 'ਚ ਭੇਜਿਆ ਜਾਣਾ ਚਾਹੀਦਾ, ਜਾਂ ਸੁਨੀਲ ਜਾਖੜ ਜੀ ਵੀ ਰਾਜ ਸਭਾ ਦੇ ਦਾਅਵੇਦਾਰ ਨੇ। ਅਗਰ ਸੁਨੀਲ ਜਾਖੜ ਰਾਜ ਸਭਾ 'ਚ ਚਲੇ ਜਾਂਦੇ ਨੇ, ਕਾਂਗਰਸ ਪਾਰਟੀ 'ਚ ਮੁੜ ਕੇ ਉਹਨਾਂ ਦੀ ਫਿਟਿੰਗ ਹੋ ਜਾਊ। ਫਿਰ ਇੱਕ ਚਿਹਰਾ ਜਿਹੜਾ ਮੈਨੂੰ ਲੱਗਦਾ ਕਿ ਰਾਜ ਸਭਾ 'ਚ ਜਾਣਾ ਚਾਹੀਦਾ, ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੇ ਅਗਰ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਬਣਾਇਆ, ਨਵਜੋਤ ਸਿੰਘ ਸਿੱਧੂ ਨੇ ਵੀ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਦੀ ਗੱਲ ਮੰਨੀ ਤੇ ਸਰੈਂਡਰ ਕਰਤਾ ਕਿ ਠੀਕ ਹੈ ਮੈਂ ਚਰਨਜੀਤ ਚੰਨੀ ਉਹਨਾਂ ਦੇ ਨਾਲ ਆ ਤੇ ਮੈਨੂੰ ਕੋਈ ਇਤਰਾਜ਼ ਨਹੀਂ। ਤੇ ਕਿਤੇ ਨਾ ਕਿਤੇ ਕਾਂਗਰਸ ਅਗਰ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਵੀ ਰਾਜ ਸਭਾ 'ਚ ਭੇਜਣਾ ਚਾਹਵੇ ਤੇ ਮੈਨੂੰ ਲੱਗਦਾ ਉਹ ਇੱਕ ਚੰਗਾ ਪੱਖ ਹੋ ਸਕਦਾ ਹੈ। ਇੱਕ ਤਾਂ ਫੀਮੇਲ ਰਿਪਰੈਜ਼ੈਂਟੇਸ਼ਨ ਹੋ ਸਕਦੀ ਹੈ ਬੀਬੀ ਅੰਬਿਕਾ ਸੋਨੀ ਤੋਂ ਬਾਅਦ, ਕਿ ਔਰਤਾਂ ਦੀ ਨੁਮਾਇੰਦਗੀ ਬਣ ਸਕਦੀ ਹੈ, ਕਿਉਂਕਿ ਬੀਬੀ ਰਜਿੰਦਰ ਕੌਰ ਭੱਠਲ ਚੋਣ ਲੜ ਰਹੇ ਨੇ। ਔਰ ਜਿਹੜੀਆਂ ਵੱਡੀਆਂ ਇਸ ਵਕਤ ਸਰਗਰਮ ਆਗੂ ਨੇ ਕਾਂਗਰਸ 'ਚ, ਹਾਲਾਂਕਿ ਨਵਜੋਤ ਕੌਰ ਸਿੱਧੂ ਚੋਣ ਨਹੀਂ ਲੜ ਰਹੇ, ਪ੍ਰਚਾਰ ਕੀਤਾ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਲਈ। ਅਗਰ ਨਵਜੋਤ ਕੌਰ ਸਿੱਧੂ ਨੂੰ ਮਹਿਲਾਵਾਂ ਦੇ ਕੋਟੇ 'ਚੋਂ ਰਾਜ ਸਭਾ 'ਚ ਭੇਜ ਦਿੱਤਾ ਜਾਵੇ, ਉਹਦੇ ਨਾਲ ਅੰਮ੍ਰਿਤਸਰ ਦੇ ਕੁਝ ਲੀਡਰਾਂ ਦੀ ਚਿੰਤਾ ਵੀ ਖਤਮ ਹੋ ਜੂ, ਜਿਨ੍ਹਾਂ ਨੂੰ ਇਹ ਲੱਗਦਾ ਹੈ ਵੀ ਕਿਤੇ ਡਾਕਟਰ ਨਵਜੋਤ ਕੌਰ ਐਤਕੀ ਚੋਣ ਹੀ ਨਾ ਲੜ ਲੈਣ, ਆਜ਼ਾਦ ਜਾਂ
ਕਾਂਗਰਸ ਦੀ ਟਿਕਟ ਤੇ। ਗੁਰਜੀਤ ਔਜਲਾ ਜੀ ਦਾ ਰਾਹ ਵੀ ਆਸਾਨ ਹੋ ਜੂ ਅਗਰ ਡਾਕਟਰ ਨਵਜੋਤ ਕੌਰ ਸਿੱਧੂ ਰਾਜ ਸਭਾ 'ਚ ਜਾਂਦੇ ਨੇ, ਕਿਉਂਕਿ ਫਿਰ ਉਹ ਵੀ ਮਦਦ ਕਰਨਗੇ ਗੁਰਜੀਤ ਔਜਲਾ ਦੀ। ਸੋ ਕਾਂਗਰਸ ਇਸ ਤਰੀਕੇ ਦੇ ਪੋਲੀਟੀਕਲ ਮੈਥਡ ਜਾਂ ਪੋਲੀਟੀਕਲ ਜਿਹਨੂੰ ਕਹਿੰਦੇ ਨੇ ਵਿਉਂਤਬੰਦੀ ਤੇ ਕੰਮ ਕੀਤਾ ਜਾ ਰਿਹਾ। ਹੁਣ ਇੱਕ ਚੀਜ਼ ਹੋਰ ਹੈ, ਮੇਰਾ ਤਾਂ ਇਹ ਵੀ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇ MP ਰਹੇ ਨੇ ਡਾਕਟਰ ਧਰਮਵੀਰ ਗਾਂਧੀ, ਰਾਜ ਸਭਾ ਦੇ ਵਿੱਚ ਇੰਟੈਲੀਜੈਂਟ ਲੋਕ ਜਾਂਦੇ ਨੇ। ਸੁਨੀਲ ਜਾਖੜ ਸਾਹਿਬ ਇੰਟੈਲੀਜੈਂਟ, ਡਾਕਟਰ ਨਵਜੋਤ ਕੌਰ ਵੀ ਇੰਟੈਲੀਜੈਂਟ, ਮਹਿਲਾਵਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਮੇਰਾ ਇਹ ਮੰਨਣਾ ਹੈ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਰਾਜ ਸਭਾ 'ਚ ਭੇਜ ਦੇਣਾ ਚਾਹੀਦਾ ਰਾਹੁਲ ਗਾਂਧੀ ਨੂੰ। ਕਾਂਗਰਸ ਅਗਰ ਡਾਕਟਰ ਧਰਮਵੀਰ ਗਾਂਧੀ ਨੂੰ ਰਾਜ ਸਭਾ 'ਚ ਭੇਜ ਦਿੰਦੀ ਹੈ, ਉਹਦੇ ਨਾਲ ਪੰਜਾਬ 'ਚ ਕਾਂਗਰਸ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨ ਵਾਲੇ ਵਿਅਕਤੀ ਨੂੰ ਸਤਿਕਾਰ ਦੇ ਸਕਦੀ ਹੈ, ਔਰ ਬੁੱਧੀਜੀਵੀ ਨੇ ਡਾਕਟਰ ਧਰਮਵੀਰ ਗਾਂਧੀ। ਸੋ ਮੇਰਾ ਇਹ ਮੰਨਣਾ ਹੈ ਕਿ ਅਗਰ ਕੋਈ ਵੀ ਨਾਮ ਕਾਂਗਰਸ ਪਾਰਟੀ ਸੋਚਦੀ ਹੈ, ਵਿਚਾਰਦੀ ਹੈ, ਤੇ ਡਾਕਟਰ ਧਰਮਵੀਰ ਗਾਂਧੀ ਦੇ ਨਾਂ ਤੇ ਵੀ ਸੋਚਿਆ ਜਾ ਸਕਦਾ। ਫਿਰ ਸ਼ਮਸ਼ੇਰ ਸਿੰਘ ਦੂਲੋਂ ਉਹਨਾਂ ਨੂੰ ਕੀ ਦੁਬਾਰਾ ਭੇਜਣਾ ਹੈ? ਦੇਖੋ, ਨਿਰਭਰਤਾ ਇਹ ਕਰੇਗਾ ਕਿ ਕਾਂਗਰਸ ਜਿੱਤਦੀ ਕਿੰਨਾ ਕੁ ਹੈ। ਫਿਰ ਦੂਸਰੀ ਗੱਲ ਇੱਕ ਹੋਰ ਹੈ, ਜਿਹੜੇ ਹੁਣ ਲੋਕ ਲੜ ਰਹੇ ਨੇ, ਜਿਹੜੇ ਲੋਕ ਮੂਹਰੇ ਨੇ, ਜਿਨ੍ਹਾਂ ਨੇ ਚਰਨਜੀਤ ਚੰਨੀ ਨੂੰ ਚਾਹਿਆ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨੀਏ, ਉਹਨਾਂ ਦੀ ਵੀ ਇੱਕ ਵੱਡੀ ਲੌਬੀ ਹੈ। ਹੁਣ ਜੇ ਉਹਨਾਂ 'ਚੋਂ ਕੋਈ MLA ਹੀ ਹਾਰ ਗਿਆ, ਉਹ ਵੀ ਚਾਹੂਗਾ ਵੀ ਭਾਈ ਮੈਂ MLA ਹਾਰ ਗਿਆ, ਮੇਰੀ ਸੈਟਿੰਗ ਕਰੋ, ਮੈਨੂੰ ਰਾਜ ਸਭਾ 'ਚ ਭੇਜੋ। ਕਿਉਂਕਿ ਕਾਂਗਰਸ 'ਚ ਗਰੁੱਪ ਵੀ ਹੁੰਦੇ ਨੇ ਨਾ, ਗਰੁੱਪ ਹਰ ਥਾਂ ਹੀ ਹੁੰਦੇ ਨੇ। ਦੇਖੋ ਹੈ ਜੀ ਗਰੁੱਪ ਢਿੱਲੋਂ ਸਾਹਿਬ, ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੇ ਵਿੱਚ ਕਿਹੜੇ ਆਗੂਆਂ ਦੀ ਸੰਭਾਵਨਾ ਹੈ? ਦੇਖੋ, ਜਦੋਂ ਦਿੱਲੀ 'ਚੋਂ ਰਾਜ ਸਭਾ 'ਚ ਜਾਣੇ ਸੀ, ਆਮ ਆਦਮੀ ਪਾਰਟੀ ਨੇ ਇੱਕ ਤਾਂ ਸੰਜੇ ਸਿੰਘ ਨੂੰ ਭੇਜਿਆ ਸੀ, ਸਮਝ ਆਉਂਦਾ ਸੀ, ਤੇ ਇੱਕ ਆਮ ਆਦਮੀ ਪਾਰਟੀ ਨੇ ਭੇਜਿਆ ਸੀ ਇੱਕ ਉਦਯੋਗਪਤੀ। ਉਹਨਾਂ ਦੇ ਉੱਤੇ ਸਵਾਲ ਬਹੁਤ ਉੱਠੇ ਸੀ ਅਰਵਿੰਦ ਕੇਜਰੀਵਾਲ ਤੇ ਵੀ, ਭਾਈ ਕਿਸੇ ਨੂੰ ਪਾਰਟੀ 'ਚੋਂ ਭੇਜ ਦਿੰਦੇ, ਕਿਸੇ ਨੂੰ ਪੰਜਾਬ 'ਚੋਂ ਹੀ ਭੇਜ ਦਿੰਦੇ, ਕਿਉਂਕਿ ਉਹ ਕਿਤੋਂ ਵੀ ਭੇਜਿਆ ਜਾ ਸਕਦਾ। ਫਿਰ ਹੁਣ ਅਗਰ ਪੰਜਾਬ ਦੀ ਵਾਰੀ ਆਊਗੀ ਤੇ ਬਹੁਤ ਸਾਰੇ ਲੀਡਰ ਨੇ ਆਮ ਆਦਮੀ ਪਾਰਟੀ 'ਚ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਜਿਨ੍ਹਾਂ ਨੂੰ ਇਸ ਕਰਕੇ ਟਿਕਟਾਂ ਨਹੀਂ ਦਿੱਤੀਆਂ ਗਈਆਂ ਵੀ ਭਾਈ ਤੁਸੀਂ ਇੰਤਜ਼ਾਰ ਕਰ ਲਓ, ਤੁਸੀਂ ਸੰਗਠਨ ਦੀ ਤਾਕਤ ਬਣੇ ਰਹੋ, ਉਹਨਾਂ ਨੂੰ ਰੱਖਿਆ ਜਾ ਸਕਦਾ ਹੈ ਰਾਜ ਸਭਾ ਦੇ ਕੋਟੇ 'ਚ। ਕਈ ਸਿਆਣੇ ਲੋਕ ਨੇ, ਇੱਕ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ, ਸੰਘੇੜਾ ਸਾਹਿਬ, ਬੜੇ ਪੁਰਾਣੇ ਪਾਰਟੀ ਦੀ ਸੇਵਾ 'ਚ ਲੱਗੇ ਹੋਏ ਨੇ, ਉਹਨਾਂ ਨੂੰ ਰਾਜ ਸਭਾ 'ਚ ਆਮ ਆਦਮੀ ਪਾਰਟੀ ਸੋਚ ਸਕਦੀ ਹੈ। ਫਿਰ ਪਟਿਆਲੇ ਤੋਂ ਨੇ, ਕੈਪਟਨ ਅਮਰਿੰਦਰ ਦੇ ਕਰੀਬੀ ਰਹੇ ਕਿਸੇ ਸਮੇਂ, ਪਰ ਆਮ ਆਦਮੀ ਪਾਰਟੀ 'ਚ ਉਹਨਾਂ ਨੇ ਬੜੀ ਮਿਹਨਤ ਕੀਤੀ। ਹੁਣ ਪਾਰਟੀ ਦੇ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਦੇ, ਮੈਨੂੰ ਨਾਮ ਨਹੀਂ ਉਹਨਾਂ ਦਾ ਚੇਤੇ ਆ ਰਿਹਾ, ਸਿਆਣੇ ਲੀਡਰ ਨੇ, ਲੋਕ ਸਮਝ ਹੀ ਗਏ ਹੋਣਗੇ, ਉਹਨਾਂ ਨੂੰ ਸੋਚਿਆ ਜਾ ਸਕਦਾ। ਪਰ ਮੈਨੂੰ ਲੱਗਦਾ ਉਹ ਵਿਧਾਨ ਸਭਾ ਦੀ ਚੋਣ ਨਹੀਂ ਲੜ ਰਹੇ ਹੋਣਗੇ। ਤੇ ਹੋਰ ਬਹੁਤ ਸਾਰੇ ਬੁੱਧੀਜੀਵੀ ਨੇ। ਮੈਂ ਤਾਂ ਇਹ ਵੀ ਚਾਹੂੰਗਾ ਕਿ ਆਮ ਆਦਮੀ ਪਾਰਟੀ ਪੰਜਾਬ 'ਚੋਂ ਕਿੰਨੇ ਸਾਡੇ ਬੁੱਧੀਜੀਵੀ ਨੇ, ਉਹਨਾਂ 'ਚੋਂ ਅਗਰ ਕਿਸੇ ਨੂੰ ਰਾਜ ਸਭਾ 'ਚ ਭੇਜਣਾ ਚਾਹਵੇ ਭੇਜੇ, ਪਰ ਉਹ ਲੋਕਾਂ ਨੂੰ ਭੇਜੇ ਜਿਨ੍ਹਾਂ 'ਤੇ ਕਿੰਤੂ ਪਰੰਤੂ ਨਾ ਹੋਵੇ। ਕਿਸੇ ਉਦਯੋਗਪਤੀ ਨੂੰ ਨਾ ਭੇਜੋ, ਉਦਯੋਗਪਤੀ ਨੂੰ ਉਦਯੋਗ ਚਲਾਉਣ ਦਿਓ, ਕਿਉਂਕਿ ਪਹਿਲਾਂ ਹੀ ਬੜੇ ਉਦਯੋਗਪਤੀ ਨੇ। ਸੋ ਇਸ ਕਰਕੇ ਕਿਸੇ ਵਲੰਟੀਅਰ ਨੂੰ ਭੇਜ ਦਿਓ, ਕਿਸੇ ਅਜਿਹੇ ਵਿਦਿਆਰਥੀ ਨੂੰ ਰਾਜ ਸਭਾ 'ਚ ਭੇਜ ਦਿਓ ਭਾਈ ਜਿਹਨੇ ਚੰਗੀ ਪੜ੍ਹਾਈ ਕੀਤੀ ਹੋਵੇ, ਯੰਗ ਰਿਪਰੈਜ਼ੈਂਟੇਸ਼ਨ ਆ ਜੂਗੀ। ਮੈਂ ਕਹਿੰਦਾ ਕਿਸੇ BA ਪਾਸ ਨੂੰ ਭੇਜ ਦਿਓ, ਪੜ੍ਹਦੇ ਨੂੰ ਭੇਜ ਦਿਓ, ਜਿਹੜਾ BA ਫਾਈਨਲ ਕਰਕੇ ਹਟੇ, ਕਿ ਰਾਜ ਸਭਾ ਦੇ ਵਿੱਚ ਬਿਲਕੁਲ ਯੰਗ ਰਿਪਰੈਜ਼ੈਂਟੇਸ਼ਨ ਲੈ ਕੇ ਆਏ ਆ, ਉਹ ਵੀ ਆਪਣੀ ਯੂਥ ਦੀ ਗੱਲ ਰੱਖ ਲੈਣਗੇ। ਇੱਦਾਂ ਦੇ ਐਕਸਪੈਰੀਮੈਂਟ ਕੀਤੇ ਜਾ ਸਕਦੇ। ਖਿਡਾਰੀਆਂ ਨੂੰ ਉੱਦਾਂ ਹੀ ਇਨਾਮ ਦੇ ਦਿਓ, ਵੈਸੇ ਕਾਂਗਰਸ ਵਾਲੇ ਪਾਸੇ ਇੱਕ ਖਿਡਾਰੀ ਵੀ ਹੈ ਜਿਹਦੇ ਨਾਂ 'ਤੇ ਚਰਚਾ ਹੋ ਰਹੀ ਹੈ। ਹੁਣ ਮੈਂ ਉਹਦਾ ਨਾਂ ਨਹੀਂ ਲੈਣਾ ਕਿਉਂਕਿ ਫਿਰ ਉਹ ਸਿਆਸਤ ਹੋ ਜੂ। ਹੁਣ ਪਤਾ ਨਹੀਂ ਕਿਹੜਾ ਖਿਡਾਰੀ ਹੈ ਉਹ, ਪਰ ਖਿਡਾਰੀ ਹੈਗਾ ਇੱਕ ਓਡਾ ਪ੍ਰਸਿੱਧ ਵੀ ਨਹੀਂ ਤਾਂ ਮੇਰੇ ਹਵਾਲੇ ਨਾਲ ਖਬਰਾਂ ਹੀ ਲਾ ਦਿੰਦੇ ਕਈ ਵਾਰੀ, ਓਡਾ ਪ੍ਰਸਿੱਧ ਵੀ ਨਹੀਂ ਭਾਈ ਉਹ ਖਿਡਾਰੀ, ਪਰ ਖਿਡਾਰੀ ਵੀ ਹੈ। ਦੇਖੋ ਜਿੱਥੇ ਜਿਹਦਾ ਸਤਿਕਾਰ ਬਣੇ, ਪਰ ਖਿਡਾਰੀਆਂ ਨੂੰ ਇਨਾਮ ਦੇ ਦੇਣੇ ਚਾਹੀਦੇ ਨੇ, ਉਹਨਾਂ ਨੂੰ ਅਕੈਡਮੀ ਦੇ ਦਿਓ, ਕੋਈ ਜ਼ਿੰਮੇਵਾਰੀ ਦੇ ਦਿਓ। ਪਰ ਭੇਜਣਾ ਉਸ ਆਗੂ ਨੂੰ ਚਾਹੀਦਾ ਜਿਹੜਾ ਘੱਟੋ ਘੱਟ ਪੰਜਾਬ ਦੇ ਮੁੱਦਿਆਂ ਦੀ ਸਮਝ ਰੱਖਦਾ। ਇਸ ਗਰੰਟੀ ਨਾਲ ਭੇਜੀਏ ਰਾਜ ਸਭਾ 'ਚ ਵੀ ਕਿ ਉਹ ਰਾਜ ਸਭਾ 'ਚ ਹਾਜ਼ਰ ਵੀ ਰਵੇ ਤੇ ਉਹ ਪੰਜਾਬ ਦੇ ਮੁੱਦੇ ਚੱਕੇ। ਦੇਖੋ ਦੇਸ਼ ਦੇ ਮੁੱਦੇ ਚੱਕਣ ਵਾਲੇ ਤਾਂ ਬੜੇ ਨੇ ਲੋਕ, ਮਸਲਾ ਤਾਂ ਪੰਜਾਬ ਦਾ, ਅਸੀਂ ਪੰਜਾਬ 'ਚ ਪਿੱਛੇ ਪਈ ਜਾਂਦੇ ਹਾਂ। ਪੰਜਾਬ ਨੂੰ ਅਸੀਂ ਅੱਗੇ ਕਿਵੇਂ ਲੈ ਕੇ ਜਾਣਾ ਹੈ? ਇਸ ਕਰਕੇ ਸਾਨੂੰ ਜਿਹੜੇ ਪੰਜਾਬੀ ਦੇ ਮੁੱਦਿਆਂ 'ਤੇ ਲੜਾਈ ਲੜਨ, ਪੰਜਾਬ ਦੇ ਹੱਕਾਂ ਦੀ ਲੜਾਈ ਲੜਨ,
ਔਰ ਪੰਜਾਬ ਦੀ ਆਵਾਜ਼ ਬੁਲੰਦ ਕਰਨ ਪਾਰਲੀਮੈਂਟ 'ਚ ਜਾ ਕੇ, ਔਰ ਪੰਜਾਬ ਦੇ ਏਕੇ ਨੂੰ ਪ੍ਰਮੋਟ ਕਰਨ। ਇਹੋ ਜਿਹੇ ਲੋਕਾਂ ਨੂੰ ਅਗਰ ਰਾਜ ਸਭਾ 'ਚ ਭੇਜਿਆ ਜਾਵੇ ਜਗਦੀਸ਼ ਜੀ, ਮੈਨੂੰ ਲੱਗਦਾ ਫਿਰ ਉਹਦੇ ਵਰਗੀ ਰੀਸ। ਜੀ ਡੱਲਾ ਸਾਹਿਬ, ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਹੈ ਜਿਹੜੀ ਉਹ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਹੈ। ਮਜੀਠੀਆ ਦੇ ਸਿਆਸੀ ਕਰੀਅਰ ਦੇ ਉੱਪਰ ਇਹਦਾ ਕੀ ਅਸਰ ਪੈ ਸਕਦਾ ਹੈ? ਦੇਖੋ, ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਕਿਹਾ ਸੀ ਕਿ ਮੈਨੂੰ ਸਿਆਸਤ ਦੀ ਰਾਜਨੀਤੀ 'ਚ ਉਲਝਾਇਆ ਗਿਆ, ਵੈਂਡੇਟਾ ਪੋਲਿਟਿਕਸ ਉਹਨਾਂ ਨੇ ਕਿਹਾ ਸੀ। ਅਕਾਲੀ ਦਲ ਨੇ ਵੀ ਬਹੁਤ ਕੋਸ਼ਿਸ਼ ਕੀਤੀ, ਪਰ ਜਦੋਂ ਕਿਸੇ ਤੇ ਇਸ ਤਰੀਕੇ ਦਾ ਕੇਸ ਪੈ ਜਾਂਦਾ ਹੈ, ਉਹ ਵੀ NDPS ਐਕਟ, ਨਸ਼ਿਆਂ ਨਾਲ ਸੰਬੰਧਿਤ ਜਦੋਂ ਕੇਸ ਪੈ ਜਾਂਦਾ ਹੈ, ਤੇ ਇਹ ਕੇਸ ਤੋਂ ਜਗਦੀਸ਼ ਜੀ ਜਲਦੀ ਛੁਟਕਾਰਾ ਨਹੀਂ ਹੁੰਦਾ। ਔਰ ਮੈਂ ਇੱਕ ਚੀਜ਼ ਦੇਖੀ ਹੈ ਕਿ ਸਿਆਸਤਦਾਨਾਂ ਤੇ ਕੇਸ ਪੈਣੇ ਨਵੇਂ ਨਹੀਂ, ਪਰ ਕੇਸ ਕਿਸ ਤਰ੍ਹਾਂ ਦਾ ਪੈ ਰਿਹਾ ਹੈ ਇਹ ਬੜਾ ਨਿਰਭਰ ਕਰਦਾ। ਜੀ ਡੱਲਾ ਸਾਹਿਬ, ਇਸ ਤਰ੍ਹਾਂ ਦਾ ਗੰਭੀਰ ਕੇਸ ਬਹੁਤ ਘੱਟ ਦੇਖਿਆ ਮੈਂ। ਨਹੀਂ, ਬਹੁਤ ਘੱਟ। ਮੈਂ ਤੁਹਾਨੂੰ ਦੱਸਦਾ, ਦੇਖੋ ਲਾਲੂ ਪ੍ਰਸਾਦ ਯਾਦਵ ਨੂੰ ਹੁਣ ਇੱਕ ਹੋਰ ਮਾਮਲੇ 'ਚ ਸਜ਼ਾ ਹੋ ਗਈ, ਪਹਿਲਾਂ ਵੀ ਉਹਨਾਂ ਨੇ ਜੇਲ੍ਹ 'ਚ ਸਜ਼ਾ ਕੱਟੀ। ਹੁਣ ਵੱਡੇ ਚੌਟਾਲਾ ਸਾਹਿਬ ਹਰਿਆਣੇ ਤੋਂ, ਉਹਨਾਂ ਨੇ ਵੀ ਸਜ਼ਾ ਕੱਟੀ। ਹੁਣ ਪੰਜਾਬ 'ਚ ਪਰ ਕਿਸੇ ਵੱਡੇ ਲੀਡਰ ਨੇ ਸਜ਼ਾ ਨਹੀਂ ਕੱਟੀ। ਕਿਉਂ? ਮੈਂ ਕਾਰਨ ਦੱਸਦਾ। ਕੈਪਟਨ ਅਮਰਿੰਦਰ ਨੇ ਬਾਦਲਾਂ ਤੇ ਆਮਦਨ ਤੋਂ ਵੱਧ ਪੈਸਿਆਂ ਦਾ ਕੇਸ ਪਾਇਆ ਸੀ, ਲੇਕਿਨ ਕੈਪਟਨ ਅਮਰਿੰਦਰ ਸੱਤਾ ਤੋਂ ਵਿਹਲੇ ਹੋ ਗਏ, ਬਾਦਲ ਫਿਰ ਸੱਤਾ 'ਚ ਆ ਗਏ। ਤੇ ਜਦੋਂ ਬਾਦਲ ਸੱਤਾ 'ਚ ਆ ਗਏ, ਉਹ ਕੇਸਾਂ 'ਚੋਂ ਬਰੀ ਹੋ ਗਏ। ਕਿਉਂ? ਕਿਉਂਕਿ ਜਦੋਂ ਸੂਬੇ ਦੇ ਅਫਸਰਾਂ ਨੇ, ਸੂਬੇ ਦੇ ਵਕੀਲਾਂ ਨੇ ਕੇਸ ਲੜਨਾ ਹੁੰਦਾ ਹੈ, ਤੇ ਇੱਕ ਸਰਕਾਰ ਹੁੰਦੇ ਜਿਹਨੂੰ ਮੁਲਜ਼ਮ ਬਣਾਇਆ ਹੁੰਦਾ ਸਰਕਾਰ ਨੇ, ਤੇ ਅਫਸਰ ਉਹਨੂੰ ਮੁਲਜ਼ਮ ਦੀ ਤਰ੍ਹਾਂ ਤੇ ਦੇਖ ਰਹੇ ਹੁੰਦੇ ਨੇ। ਪਰ ਜਦੋਂ ਉਹੀ ਮੁਲਜ਼ਮ ਦੀ ਸਰਕਾਰ ਆ ਜੇ ਤੇ ਉਹ ਅਫਸਰ ਫਿਰ ਉਸ ਮੁੱਖ ਮੰਤਰੀ ਨੂੰ ਮੁਲਜ਼ਮ ਦੀ ਤਰ੍ਹਾਂ ਕਿਵੇਂ ਦੇਖਣ? ਅਫਸਰ ਨਰਮ ਪੈ ਜਾਂਦੇ ਨੇ, ਗਵਾਹ ਮੁੱਕਰ ਜਾਂਦੇ ਨੇ, ਬੜਾ ਕੁਝ ਹੋ ਜਾਂਦਾ। ਪਰ ਡੱਲਾ ਸਾਹਿਬ, ਮੇਰੇ ਕਹਿਣ ਨਾਲ ਕਿਸੇ ਨੂੰ ਬੁਰਾ ਲੱਗ ਸਕਦਾ, ਪਰ ਸਿਸਟਮ ਦੇ ਖਿਲਾਫ ਲੜਾਈ ਤਾਂ ਇਹੀ ਸਿਸਟਮ ਹੈ ਨਾ ਜਿਹਨੂੰ ਦਰੁਸਤ ਕਰਨ ਦੀ ਲੋੜ ਹੈ। ਫਿਰ ਹੁਣ ਤੁਸੀਂ ਦੇਖੋ, ਪੰਜਾਬ 'ਚ ਕੈਪਟਨ ਨੇ ਬਾਦਲਾਂ ਤੇ ਕੇਸ ਪਾਇਆ, ਬਾਦਲਾਂ ਦੀ ਸਰਕਾਰ ਆ ਗਈ, ਬਾਦਲ ਬਰੀ ਹੋ ਗਏ। ਕੈਪਟਨ ਜਦੋਂ ਚੱਲਿਆ ਸੀ, ਜਾਂਦੇ ਸਿਟੀ ਸੈਂਟਰ ਦਾ ਘੁਟਾਲਾ ਹੋ ਗਿਆ, ਕੈਪਟਨ ਤੇ ਕੇਸ ਪੈ ਗਿਆ ਸਿਟੀ ਸੈਂਟਰ ਦਾ। ਤੇ ਜਦੋਂ ਕੈਪਟਨ ਮੁੱਖ ਮੰਤਰੀ ਬਣਿਆ, ਸਿਟੀ ਸੈਂਟਰ 'ਚੋਂ ਕਲੀਨ ਚਿੱਟ ਹੋ ਗਈ। ਹੈ ਜੀ। ਹੁਣ ਤਾਂ ਕਹਿੰਦੇ ED ਵਾਲੇ ਮਾਮਲਿਆਂ 'ਚੋਂ ਵੀ ਕੈਪਟਨ ਸਾਹਿਬ ਨੂੰ ਜਲਦ ਕਿਤੇ ਕੋਈ ਖੁਸ਼ਖਬਰੀ ਮਿਲ ਸਕਦੀ। ਹੁਣ ਗੱਲ ਇਹ ਹੈ ਵੀ ਇਹ ਸਿਸਟਮ ਇਹੋ ਜਿਹਾ, ਜੇ ਕੋਈ ਗਰੀਬ ਦਾ ਪੁੱਤ ਹੋਵੇ ਉਹ ਪਤਾ ਹੀ ਨਹੀਂ, ਨਿਕਲਦਾ ਹੀ ਨਹੀਂ। ਆ ਦੇਖ ਲਓ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ ਦਿੱਲੀ ਦੀ ਸਰਕਾਰ ਕੋਲੇ ਫਾਈਲ ਪਈ। ਜੇ ਕਿਸੇ ਲੀਡਰ ਦਾ ਪੁੱਤ ਹੁੰਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਰਿਹਾ ਹੋ ਜਾਣਾ ਸੀ। ਹੁਣ ਮੈਂ ਕਾਂਗਰਸੀਆਂ ਦਾ ਨਾਂ ਲੈ ਦਿੰਦਾ, ਮਨੂ ਸ਼ਰਮਾ ਜੀ ਸੀ, ਇੱਕ ਉਮਰ ਕੈਦ ਕੱਟ ਰਹੇ ਸੀ, ਕਹਿੰਦੇ ਜੀ ਪੂਰੀ ਹੋ ਗਈ ਸਜ਼ਾ, ਦਿੱਲੀ ਦੀ ਸਰਕਾਰ ਨੇ ਰਿਹਾ ਕਰਤੇ। ਫਿਰ ਇੱਕ ਕਾਂਗਰਸ ਦਾ ਆਗੂ ਸੀ, ਮੇਰਾ ਖਿਆਲ ਉਹ ਕਾਂਗਰਸ ਦਾ ਜ਼ਿਲ੍ਹੇ ਦਾ ਪ੍ਰਧਾਨ ਸੀ, ਦਿੱਲੀ ਦਾ ਮੈਨੂੰ ਨਾਂ ਨਹੀਂ ਪੂਰਾ ਯਾਦ ਆ ਰਿਹਾ, ਤੁਹਾਨੂੰ ਯਾਦ ਹੋਣਾ, ਇੱਕ ਸ਼ਾਇਦ ਉਹ ਚਲੋ ਹੁਣ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਸੁਸ਼ੀਲ ਕੁਮਾਰ ਸ਼ਾਇਦ। ਦਿੱਲੀ 'ਚ ਇੱਕ ਬਹੁਤ ਵੱਡਾ ਕਾਂਡ ਹੋਇਆ ਸੀ, ਤੰਦੂਰ ਕਾਂਡ ਕਹਿੰਦੇ ਸ਼ਾਇਦ ਉਹਨੂੰ, ਸ਼ਾਇਦ ਤੰਦੂਰ ਕਾਂਡ ਕਹਿੰਦੇ। ਉਹ ਵੀ ਮੁਲਜ਼ਮ ਰਿਹਾ ਹੋ ਗਿਆ, ਉਮਰ ਕੈਦ ਕੱਟ ਕੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਉਮਰ ਕੈਦ 'ਚ ਬਦਲੀ ਸੀ, ਉਮਰ ਕੈਦ ਵੀ ਪੂਰੀ ਹੋ ਗਈ, ਲਗਭਗ 24-25 ਸਾਲ ਜੇਲ੍ਹ 'ਚ ਹੋ ਗਏ। ਹੁਣ ਜਦੋਂ ਰਿਹਾਈ ਦੀ ਵਾਰੀ ਆਈ, ਪੈਰੋਲ ਮਿਲ ਰਹੇ ਸੀ, ਦੇਖੋ ਪੈਰੋਲ ਤੇ ਆ ਰਿਹਾ ਸੀ, ਉਹ ਮਾਨਸਿਕ ਤੌਰ ਤੇ ਸੰਤੁਲਨ ਵਿਗੜਿਆ ਰਿਹਾ, ਸਰੀਰਕ ਤੌਰ ਤੇ ਸੰਤੁਲਨ ਵਿਗੜਿਆ ਰਿਹਾ। ਤੇ ਸਾਡਾ ਕਨਸਟੀਟਿਊਸ਼ਨ ਰਾਈਟ ਦਿੰਦਾ ਅਜਿਹੇ ਹਾਲਾਤਾਂ 'ਚ ਵੀ ਭਾਈ ਹੁਣ ਰਿਹਾ ਕਰੋ। ਤੇ ਫਿਰ ਵੀ ਹਜੇ ਸਰਕਾਰ ਦਿੱਲੀ ਕੋਲੇ ਫਾਈਲ ਪਈ ਆ, ਪਤਾ ਨਹੀਂ ਕਦੋਂ ਸਾਈਨ ਹੋਣੀ ਭਾਈ, ਹੁਣ ਤਾਂ ਚੋਣਾਂ ਵੀ ਹੋ ਗਈਆਂ, ਕਰ ਦਿਓ। ਹੁਣ ਜੇ ਦਵਿੰਦਰਪਾਲ ਸਿੰਘ ਭੁੱਲਰ ਦਾ ਬਾਪੂ ਜੀ ਜਾਂ ਤਾਂ ਹੁੰਦਾ ਕਾਂਗਰਸੀ, ਜਾਂ ਹੁੰਦਾ ਕੋਈ ਵੱਡਾ ਅਕਾਲੀ, ਜਾਂ ਹੁੰਦਾ BJP ਵਾਲਾ, ਹੁਣ ਨੂੰ ਰਿਹਾ ਹੋ ਜਾਣਾ ਸੀ। ਹੁਣ ਤੁਸੀਂ ਦੇਖੋ, ਪਿਤਾ ਦੇ ਭੋਗ ਤੇ ਆਏ ਰਾਜੋਆਣਾ ਜੀ, ਬਲਵੰਤ ਸਿੰਘ ਰਾਜੋਆਣਾ ਪਿਤਾ ਦੇ ਭੋਗ ਤੇ ਆਏ, ਕਹਿੰਦੇ ਅਕਾਲੀਆਂ ਨੂੰ ਭਾਈ ਮਦਦ ਕਰ ਦਿਓ ਅਕਾਲੀਆਂ ਦੀ। ਤੁਸੀਂ ਦੇਖੋ, ਡੇਰੇ ਸਿਰਸੇ ਵਾਲਾ ਉਮਰ ਕੈਦ ਭੁਗਤ ਰਿਹਾ, ਲਓ ਜੀ ਆ ਗਏ, ਪੈਰੋਲ ਤੇ ਆ ਗਏ, ਫਰਲੋ ਤੇ ਆ ਗਏ। ਤੇ ਸਾਡੇ ਕਿੰਨੇ ਸਿੱਖ ਕੈਦੀਆਂ ਦੀ ਲੜਾਈ, ਪੈਰੋਲ ਤਾਂ ਮਿਲੇ ਹੀ ਨਹੀਂ। ਇਹੀ ਤਾਂ ਜੱਦੋਜਹਿਦ ਸੀ ਵੀ ਭਾਈ ਜਿਹੜੇ
ਕੈਦੀ ਨੇ, ਭਾਵੇਂ ਸਿੱਖ ਕੈਦੀ ਨੇ, ਭਾਵੇਂ ਗੈਰ ਸਿੱਖ ਕੈਦੀ ਨੇ, ਕਿਉਂ ਵਿਤਕਰਾ ਕਰੇ ਸਿਸਟਮ। ਅਦਾਲਤਾਂ ਨੂੰ ਸਿਸਟਮ ਵਰਤ ਜਾਂਦਾ ਹੈ। ਲੋਕ ਕਹਿ ਦਿੰਦੇ ਜੀ ਅਦਾਲਤਾਂ ਨਹੀਂ ਇਨਸਾਫ ਕਰ ਰਹੀਆਂ। ਅਦਾਲਤਾਂ ਇਨਸਾਫ ਕਰਨ ਨੂੰ ਤਿਆਰ ਹੈ, ਲੇਕਿਨ ਅਦਾਲਤਾਂ ਕੋਲੇ ਕੇਸ ਇੱਕ ਸਿਸਟਮ ਦੇ ਜ਼ਰੀਏ ਪਹੁੰਚਦਾ। 84 'ਚ ਕਿਉਂ ਨਹੀਂ ਇਨਸਾਫ ਹੋਇਆ ਜਗਦੀਸ਼ ਜੀ? ਕਿਉਂਕਿ ਅਦਾਲਤਾਂ ਕੋਲੇ ਕੇਸ ਜਿਸ ਸਿਸਟਮ ਰਾਹੀਂ ਪਹੁੰਚਦਾ ਹੈ, ਉਹ ਸਿਸਟਮ ਕਦੀ ਕਾਂਗਰਸ ਦੇ ਹੱਥਾਂ 'ਚ ਹੁੰਦਾ, ਕਦੀ ਬੀਜੇਪੀ ਦੇ, ਤੇ ਕਦੀ ਅਕਾਲੀ ਦਲ ਦੇ, ਕਦੀ ਗੁਜਰਾਲ ਸਾਹਿਬ ਦੇ ਹੱਥਾਂ 'ਚ ਸੀ, ਕਦੀ ਨਰਸਿਮਹਾ ਰਾਓ ਦੇ, ਕਦੀ ਦੇਵੇਗੌੜਾ ਸਾਹਿਬ ਦੇ। ਸੋ ਜਿਹੜਾ ਸਿਸਟਮ ਹੈ ਸਾਡਾ ਉਹ ਸ਼ੁੱਧ ਨਹੀਂ। ਇਸ ਕਰਕੇ ਅਦਾਲਤਾਂ ਵਿਚਾਰੀਆਂ ਕੀ ਕਰ, ਜਦੋਂ ਸਿਸਟਮ ਨਹੀਂ ਸ਼ੁੱਧ, ਅਦਾਲਤਾਂ ਇਨਸਾਫ ਕਰਨਾ ਚਾਹੁੰਦੀਆਂ, ਇਨਸਾਫ ਕਰਦੀਆਂ ਵੀ ਅਦਾਲਤਾਂ, ਪਰ ਫਿਰ ਨੁਕਤਾ 'ਚ ਨਹੀਂ ਅਦਾਲਤਾਂ 'ਤੇ ਹੋ ਜਾਂਦੀ ਹੈ ਕਿ ਭਾਰਤੀ ਅਦਾਲਤਾਂ 'ਚ ਦੇਖੋ ਜੀ ਇਨਸਾਫ ਦੇਰੀ ਨਾ ਹੁੰਦਾ, ਸਿਸਟਮ ਠੀਕ ਕਰਨ ਵਾਲਾ ਹੈ। ਹੁਣ ਜਿਹੜਾ ਤੁਸੀਂ ਸਵਾਲ ਕੀਤਾ ਸੀ, ਹੁਣ ਤੁਸੀਂ ਬਿਕਰਮ ਮਜੀਠੀਆ ਦਾ ਸਵਾਲ ਕੀਤਾ ਸੀ, ਮੈਂ ਕਈ ਰੈਫਰੈਂਸ ਨਾਲ ਲੈ ਗਿਆ। ਹੁਣ ਜੇ ਤਾਂ ਸਰਕਾਰ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਅਕਾਲੀ ਦਲ ਦੀ ਆ ਗਈ, ਫਿਰ ਤਾਂ ਬਿਕਰਮ ਮਜੀਠੀਆ ਦੀ ਪੈਰਵਾਈ ਵੀ ਹੋ ਜਾਣੀ ਵਧੀਆ। ਫਿਰ ਬਿਕਰਮ ਮਜੀਠੀਆ ਜੇ ਕਹਿ ਰਹੇ ਨੇ ਕਿ ਇਹ ਸਿਆਸੀ ਵੈਂਡਾਟਾ ਸੀ, ਫਿਰ ਜੇ ਸਰਕਾਰ ਅਕਾਲੀ ਦਲ ਦੀ ਹੋਈ ਤੇ ਉਹ ਸਰਕਾਰ ਸਾਬਤ ਕਰੂ ਵੀ ਇਹ ਸਿਆਸੀ ਵੈਂਡਾਟਾ ਸੀ। ਪਰ ਜੇ ਸਰਕਾਰ ਕਾਂਗਰਸ ਦੀ ਆ ਗਈ ਫਿਰ ਔਖਾ ਹੈ। ਪਰ ਜੇ ਕਾਂਗਰਸ 'ਚ ਉਸ ਗਰੁੱਪ ਦੀ ਆ ਗਈ ਜਿਹਦਾ ਮਾੜਾ ਜਾਂ ਨੇੜਤਾ ਹੈ ਅਕਾਲੀਆਂ ਨਾਲ, ਕਾਰੋਬਾਰ ਕਰੂਬਾਰ ਮਾੜੇ ਮੋਟੇ ਸਾਂਝੇ ਹੈ, ਫਿਰ ਵੀ ਫਾਇਦਾ ਮਾੜਾ ਮੋਟਾ ਬਿਕਰਮ ਮਜੀਠੀਆ ਦਾ ਹੋ ਜੂ। ਪਰ ਜੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ, ਫਿਰ ਕਿਉਂਕਿ ਪਹਿਲਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਤਾਂ ਮਾਫੀ ਮੰਗ ਲਈ ਸੀ ਬਿਕਰਮ ਮਜੀਠੀਆ ਤੋਂ, ਤੇ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗ ਲਈ ਸੀ। ਜੇ ਸਰਕਾਰ ਆਪ ਦੀ ਆ ਗਈ, ਅਰਵਿੰਦ ਕੇਜਰੀਵਾਲ ਫਿਰ ਸੋਚੂਗਾ ਵੀ ਭਾਈ ਮੈਂ ਤਾਂ ਮਾਫੀ ਮੰਗ ਲਈ ਸੀ। ਫਿਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਤੇ ਸਵਾਲ ਖੜੇ ਹੋਣਗੇ ਵੀ ਭਾਈ ਤੁਸੀਂ ਤਾਂ ਮਾਫੀ ਮੰਗ ਲਈ ਸੀ, ਤੇ ਹੁਣ ਅਦਾਲਤ 'ਚ ਪੈਰਵਾਈ ਕਿਵੇਂ ਕਰਨੀ ਹੈ, ਫਿਰ ਪਤਾ ਨਹੀਂ ਕੀ ਬਣੂਗਾ। ਚਲੋ ਇਹ ਕਾਨੂੰਨੀ ਮਾਮਲੇ ਨੇ, ਮੈਂ ਤਾਂ ਕਹਿੰਦਾ ਨਿਰਪੱਖਤਾ ਦੇ ਨਾਲ ਨਿਬੜਨ। ਅਦਾਲਤਾਂ ਨਿਰਪੱਖ ਹੈ, ਸਿਸਟਮ ਤੇ ਭਰੋਸਾ ਨਹੀਂ ਜਿਹੜਾ ਸਰਕਾਰਾਂ ਦੇ ਹੱਥ 'ਚ ਹੈ, ਇਹ ਕਈ ਵਾਰੀ ਨਿਰਪੱਖ ਨਹੀਂ ਰਹਿੰਦਾ। ਸੋ ਇਸ ਕਰਕੇ ਬਿਕਰਮ ਮਜੀਠੀਆ ਦੀ ਇਸ ਅਦਾਲਤੀ ਲੜਾਈ 'ਚ ਪੰਜਾਬ ਦੀ ਸਰਕਾਰ ਕਿਹੜੀ ਹੈ ਉਹਦੇ ਤੇ ਨਿਰਭਰ ਕਰੂਗਾ। ਹੁਣ ਜੇ ਤਾਂ ਆ ਗਈ ਅਕਾਲੀ ਦਲ, ਤੇ ਫਿਰ ਬਿਕਰਮ ਮਜੀਠੀਆ ਦੀ ਜਿਹੜੀ ਲੜਾਈ ਹੈ, ਬਿਕਰਮ ਮਜੀਠੀਆ ਕਹਿ ਰਹੇ ਹੈ ਵੈਂਡੇਟਾ ਹੈ, ਇਹ ਸਿਆਸੀ ਬਦਲਾਖੋਰੀ ਹੈ। ਫਿਰ ਸਰਕਾਰ ਆ ਜਾਊਗੀ, ਫਿਰ ਸਰਕਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਿਕਰਮ ਮਜੀਠੀਆ ਦੀ ਗੱਲ ਸੁਣੂ। ਜੇ ਅਕਾਲੀ ਆ ਗਏ, ਜੇ ਆਪ ਵਾਲੇ ਆ ਗਏ, ਫਿਰ ਪਤਾ ਨਹੀਂ ਕੀ ਬਣੂ। ਜੇ ਕਾਂਗਰਸੀ ਆ ਗਏ ਫਿਰ ਵੀ ਨਹੀਂ ਪਤਾ। ਜੇ ਕਿਸਾਨਾਂ ਦੀ ਆ ਗਈ, ਮੈਨੂੰ ਲੱਗਦਾ ਉਹ ਤਾਂ ਫਿਰ ਅਦਾਲਤ ਤੇ ਹੀ ਛੱਡ ਦੇਣਗੇ। ਉਹਨਾਂ ਨੇ ਸਿਸਟਮ ਦੇ ਜ਼ਰੀਏ ਕੋਈ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਹੁਣ ਪੋਲੀਟੀਕਲ ਪਾਰਟੀਆਂ ਦਾ ਕੁਝ ਕਹਿ ਨਹੀਂ ਸਕਦੇ, ਪਰ ਅਗਰ ਬਿਕਰਮ ਮਜੀਠੀਆ ਜੀ ਨਿਰਦੋਸ਼ ਨੇ, ਦੇਰ ਸਵੇਰ ਅਦਾਲਤ 'ਚ ਬਰੀ ਹੋ ਜਾਣਗੇ। ਅਗਰ ਨਿਰਦੋਸ਼ ਨਹੀਂ ਨੇ, ਤੇ ਫਿਰ ਲੰਬੀ ਜੱਦੋ ਜਹਿਦ ਅਦਾਲਤ 'ਚ ਉਹਨਾਂ ਦੀ ਚੱਲੂਗੀ, ਤੇ ਫਿਰ ਤਾਂ ਅਦਾਲਤਾਂ ਹੀ ਫੈਸਲਾ ਕਰਨਗੀਆਂ ਭਾਈ, ਕਿਉਂਕਿ ਅਦਾਲਤਾਂ ਨੇ ਸੱਚ ਨਾ ਖੜਨਾ ਹੈ, ਸਿਸਟਮ ਨਾ ਕਰਪਟ ਹੋਵੇ। ਅਦਾਲਤਾਂ ਨੂੰ ਜਿਹੜੇ ਤੱਥ ਸਬੂਤ ਸਪਲਾਈ ਕਰਨ ਵਾਲਾ ਸਿਸਟਮ ਹੈ। ਜੀ ਡੱਲਾ ਸਾਹਿਬ, ਦੀਪ ਸਿੱਧੂ ਦੇ ਅਕਾਲ ਚਲਾਣੇ ਤੋਂ ਬਾਅਦ ਸੰਨੀ ਦਿਓਲ ਦੀ ਗੈਰ ਮੌਜੂਦਗੀ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਨੇ। ਨਾ ਤਾਂ ਉਹ ਅੰਤਿਮ ਰਸਮਾਂ ਵੇਲੇ ਪਹੁੰਚੇ, ਤੇ ਨਾ ਹੀ ਉਹਨਾਂ ਦੇ ਅੰਤਿਮ ਜਿਹੜੀ ਅਰਦਾਸ ਹੈ, ਭੋਗ ਹੈ, ਉਹਦੇ ਉੱਥੇ ਵੀ ਨਹੀਂ ਪਹੁੰਚੇ ਉਹ ਦੀਪ। ਦੇਖੋ ਨਿੱਜੀ ਤੌਰ ਤੇ ਨਹੀਂ ਪਹੁੰਚੇ, ਹੋ ਸਕਦਾ ਪਰਿਵਾਰ ਨੂੰ ਕੋਈ ਟੈਲੀਫੋਨ ਉਹਨਾਂ ਨੇ ਕੀਤਾ ਹੋਵੇ, ਕੋਈ ਹੋ ਸਕਦਾ ਪਰਿਵਾਰ ਨੂੰ ਕੋਈ ਮੈਸੇਜ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੋਵੇ। ਦੇਖੋ ਸੰਨੀ ਦਿਓਲ ਲਈ ਬੜਾ ਪ੍ਰਚਾਰ ਕੀਤਾ ਸੀ ਦੀਪ ਸਿੱਧੂ ਨੇ, ਤੇ ਸੰਨੀ ਦਿਓਲ ਅਗਰ ਆ ਜਾਂਦਾ, ਦੇਖੋ ਲੱਖਾਂ ਹਜ਼ਾਰਾਂ ਲੋਕ ਦੀਪ ਸਿੱਧੂ ਦੇ ਭੋਗ ਸਮਾਗਮ 'ਚ ਵੀ ਸ਼ਾਮਲ ਹੋਏ। ਤੇ ਜੇ ਕਿਤੇ ਸੰਨੀ ਦਿਓਲ ਆ ਜਾਂਦਾ, ਦੇਖੋ ਦੁੱਖ ਸੁੱਖ ਵੇਲੇ ਪੋਲੀਟੀਕਲ ਨਫੇ ਨੁਕਸਾਨ ਨਹੀਂ ਸੋਚੀਦੇ ਹੈ ਜਗਦੀਸ਼, ਸਮਾਜ 'ਚ ਰਹਿਣਾ ਹੈ। ਦੁੱਖ ਸੁੱਖ ਵੇਲੇ ਇਹ ਤਾਂ ਪੰਜਾਬੀਆਂ ਦਾ ਸੁਭਾਅ ਹੈ ਕਿ ਦੁੱਖ ਵੇਲੇ ਸਭ ਤੋਂ ਪਹਿਲਾਂ ਖੜ੍ਹਦੇ ਆ ਪਰਿਵਾਰ ਤੇ, ਜਦੋਂ ਸੰਕਟ ਹੋਵੇ ਕਿਸੇ ਦੇ। ਤੇ ਜੇ ਸੰਨੀ ਦਿਓਲ ਆ ਜਾਂਦਾ ਤੇ ਸ਼ਰਧਾਂਜਲੀ ਦੇ ਜਾਂਦਾ, ਪਰ ਸੰਨੀ ਦਿਓਲ ਲਈ ਪ੍ਰਚਾਰ ਬੜਾ ਕੀਤਾ ਸੀ ਦੀਪ ਸਿੱਧੂ ਨੇ। ਸੋ ਕਿਤੇ ਨਾ ਕਿਤੇ ਇਹ ਸੰਨੀ ਦਿਓਲ ਆਉਂਦਾ, ਪਰ ਪਤਾ ਨਹੀਂ ਕਿਉਂ ਨਹੀਂ ਪੰਜਾਬ 'ਚ। ਗੁਰਦਾਸਪੁਰ ਵੀ ਘੱਟ ਹੀ ਗੇੜਾ ਲਾਉਂਦੇ ਸੰਨੀ ਦਿਓਲ ਜੀ। ਸੋ ਸੰਨੀ ਦਿਓਲ ਸਾਹਿਬ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਕਿ ਤਨਖਾਹ ਤਾਂ ਤੁਸੀਂ ਜ਼ਰੂਰ ਲੈ ਰਹੇ ਹੋਵੋਗੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ, ਤੇ ਉਹ ਤਨਖਾਹ ਭਾਈ ਤੁਹਾਨੂੰ ਗੁਰਦਾਸਪੁਰ ਦੇ MP ਹੋਣ ਦੀ ਵੀ ਮਿਲਦੀ ਹੈ, ਤੇ ਮਾੜਾ ਮੋਟਾ ਗੇੜਾ ਹੀ ਲਾ ਦਿਆ ਕਰੋ ਤਾਂ ਕਿ ਸਾਨੂੰ ਯਾਦ ਰਵੇ ਵੀ ਤੁਸੀਂ ਗੁਰਦਾਸਪੁਰ ਦੇ MP ਹੋ ਭਾਈ। ਬਾਕੀ ਤੁਸੀਂ ਜ਼ਿਆਦਾ ਸਿਆਣੇ ਹੋ ਭਾਈ, ਤੁਹਾਡੇ ਤਾਂ ਬਾਪੂ ਜੀ ਵੀ MP ਰਹੇ ਨੇ। ਡੱਲਾ ਸਾਹਿਬ, ਭਾਰਤ ਵੱਲੋਂ ਅਫਗਾਨਿਸਤਾਨ ਨੂੰ ਮਦਦ ਦੇ ਤੌਰ ਤੇ
ਤੇ ਕਣਕ ਤੇ ਹੋਰ ਰਸਦ ਦਾ ਜਿਹੜਾ ਸਮਾਨ ਹੈ ਉਹ ਪਾਕਿਸਤਾਨ ਦੇ ਜ਼ਰੀਏ ਟਰੱਕਾਂ ਦੇ ਵਿੱਚ ਭੇਜਿਆ ਗਿਆ ਤੇ ਖਬਰ ਇਹ ਆਈ ਹੈ ਕਿ ਉਹਨਾਂ ਟਰੱਕਾਂ ਦੇ ਉੱਪਰ ਜਿਹੜੇ ਭਾਰਤ ਸਰਕਾਰ ਵਾਲੇ ਬੈਨਰ ਲਾਏ ਸੀ ਉਹ ਪਾਕਿਸਤਾਨ ਦੇ ਅਧਿਕਾਰੀਆਂ ਨੇ ਰਸਤੇ 'ਚ ਲਹਾ ਦਿੱਤੇ। ਕੀ ਕਹਿਣਾ ਚਾਹੋਗੇ? ਦੇਖੋ, ਇਹ ਬੜੀ ਕੋਝੀ ਹਰਕਤ ਕੀਤੀ ਪਾਕਿਸਤਾਨ ਵਾਲੇ ਪਾਸਿਓਂ, ਪਾਕਿਸਤਾਨ ਦੇ ਅਧਿਕਾਰੀਆਂ ਨੇ। ਐਡੀ ਕੋਝੀ ਹਰਕਤ ਨਹੀਂ ਕਰਨੀ ਚਾਹੀਦੀ। ਤੁਸੀਂ ਦੱਸੋ ਕਿ ਮਦਦ ਲਈ ਰਸਦ ਭੇਜੀ ਗਈ ਹੈ ਜੀ, ਰਾਸ਼ਨ ਭੇਜਿਆ ਗਿਆ, ਅਨਾਜ, ਤੇ ਉਹ ਟਰੱਕਾਂ ਤੋਂ ਬੈਨਰ ਲਾ ਤੇ ਨਾਮ ਲਾਤਾ ਭਾਰਤ ਦਾ, ਵੀ ਕਿਤੇ ਉਹਨਾਂ ਤੱਕ ਪਤਾ ਨਾ ਲੱਗ ਜੇ। ਪਤਾ ਤਾਂ ਉਹਨਾਂ ਨੂੰ ਫਿਰ ਵੀ ਲੱਗ ਜਾਣਾ ਵੀ ਜੇ ਮਦਦ ਆ ਸਕਦੀ ਹੈ ਤੇ ਭਾਰਤ ਹੀ ਭੇਜ ਸਕਦਾ ਹੈ। ਇਹ ਪੰਜਾਬ ਚੋਂ, ਭਾਰਤ ਚੋਂ ਹੀ ਆਈ ਹੋਣੀ ਹੈ ਜੀ। ਪਾਕਿਸਤਾਨ ਤੋਂ ਕਿੱਥੇ ਟਰੱਕ ਜਾਂਦੇ ਆ ਮਦਦ ਦੇ, ਹੈ ਜੀ। ਸੋ ਇਹ ਕੁਝ ਹੀ ਹਰਕਤ ਕੀਤੀ ਹੈ ਪਾਕਿਸਤਾਨ ਵਾਲਿਆਂ ਨੇ। ਇਸੇ ਕਰਕੇ ਕੜੱਤਨ ਮੁਲਕਾਂ 'ਚ ਬਰਕਰਾਰ ਰਹਿੰਦੀ ਹੈ ਜਦੋਂ ਅਧਿਕਾਰੀ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰਦੇ ਆ ਜੀ। ਸੋ ਇਸ ਕਰਕੇ ਇਮਰਾਨ ਖਾਨ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਅਧਿਕਾਰੀਆਂ ਤੇ ਨੱਥ ਪਾਵੇ। ਮੈਂ ਤਾਂ ਕਹਿੰਦਾ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹੋ ਜਿਹੇ ਅਧਿਕਾਰੀ ਪਾਕਿਸਤਾਨ ਵਾਲੇ ਪੁੱਠੇ ਡੰਗ ਦੇਣੇ ਚਾਹੀਦੇ ਇਮਰਾਨ ਖਾਨ ਨੂੰ ਜੀ। ਇਹ ਦੋਹਾਂ ਦੇਸ਼ਾਂ ਦੇ ਵਿੱਚ ਕੜੱਤਨ ਦਾ ਕਾਰਨ ਹੀ ਇਹੋ ਜਿਹੇ ਲੋਕ ਹੈ ਜੀ। ਡੱਲਰ ਸਾਹਿਬ, ਯੂਕਰੇਨ ਤੇ ਰਸ਼ੀਆ ਦੇ ਵਿਚਕਾਰ ਵੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਹ ਦੱਸਿਆ ਜਾ ਰਿਹਾ ਤਕਰੀਬਨ 20,000 ਦੇ ਕਰੀਬ ਭਾਰਤੀ ਵਿਦਿਆਰਥੀ ਤੇ ਭਾਰਤੀ ਵਸਿੰਦੇ ਉੱਥੇ ਫਸੇ ਹੋਏ ਨੇ। ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਲੈ ਕੇ ਆਂਦਾ ਜਾਵੇ। ਉਂਝ ਉਪਰਾਲੇ ਹੋਏ ਨੇ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕੱਲ ਬੈਠਕ ਵੀ ਕੀਤੀ ਸੀ ਜਿਸ 'ਚ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਮੌਜੂਦ ਰਹੇ। ਇੱਥੋਂ ਤੱਕ ਕਿ ਰੂਸ ਦੇ ਰਾਸ਼ਟਰਪਤੀ ਨਾਲ ਵੀ ਗੱਲ ਕੀਤੀ ਔਰ ਭਾਰਤ ਨਿਰਪੱਖਤਾ ਵਾਲੀ ਭੂਮਿਕਾ ਨਿਭਾ ਰਿਹਾ ਹੈ। ਬੜੀ ਚੰਗੀ ਗੱਲ ਹੈ, ਸਾਨੂੰ ਨਿਰਪੱਖ ਰਹਿਣ ਦੀ ਲੋੜ ਹੈ। ਉਂਝ ਯੂਕਰੇਨ ਦੇ ਰਾਸ਼ਟਰਪਤੀ ਨੇ ਕੋਈ ਬਹੁਤੀ ਸਿਆਣਪ ਨਹੀਂ ਦਿਖਾਈ ਮੇਰੀ ਸੋਚ ਮੁਤਾਬਕ। ਉਹ ਜਿਹੜਾ ਅੜੀਅਲ ਰਵੱਈਆ ਔਰ ਬਿਨਾਂ ਸੱਚਾਈ ਜਾਣੇ ਉਹ ਦੂਸਰੇ ਕਈ ਮੁਲਕਾਂ ਦੇ ਹੱਥਾਂ 'ਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਖੇਡ ਗਏ ਤੇ ਲੋੜ ਵੇਲੇ ਉਹਨਾਂ ਦੇ ਨਾਲ ਕੋਈ ਵੀ ਨਹੀਂ ਖੜਿਆ। ਦੇਖੋ, ਇਸ ਕਰਕੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਆਪਣੇ ਮੁਲਕ ਦੇ ਬਸ਼ਿੰਦਿਆਂ ਦੀ ਜ਼ਿੰਦਗੀ ਪਹਿਲ ਤੇ ਰੱਖਣੀ ਚਾਹੀਦੀ ਹੈ। ਮੁਲਕ ਕੀ ਹੈ? ਮੁਲਕ ਬਸ਼ਿੰਦਿਆਂ ਨਾਲ ਹੈ, ਲੋਕਾਂ ਨਾਲ ਹੈ ਜੀ। ਡੱਲਰ ਇਸ ਸਾਹਿਬ, ਕਰਕੇ ਉਹਨਾਂ ਦਾ ਬਸ਼ਿੰਦਿਆਂ ਦੀ ਜ਼ਿੰਦਗੀ ਪਹਿਲਾਂ ਉਹਨੂੰ ਸਾਂਭਣੀ ਚਾਹੀਦੀ ਹੈ। ਔਰ ਜਿੱਥੋਂ ਤੱਕ ਰਹੀ ਭਾਰਤ ਦੇ, ਸਾਡੇ ਵਿਦਿਆਰਥੀ ਬੜੇ ਪੜ੍ਹਨ ਜਾਂਦੇ ਯੂਕਰੇਨ 'ਚ। ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਉੱਥੇ ਮੈਡੀਕਲ ਦੀ ਪੜ੍ਹਾਈ ਬਹੁਤ ਕਰਨ ਜਾਂਦੇ ਨੇ। ਮੈਡੀਕਲ ਤੇ ਇੰਜੀਨੀਅਰਿੰਗ ਲੈ ਜੀ। ਦੇਖੋ, ਛੋਟਾ ਜਿਹਾ ਮੁਲਕ ਹੈ ਯੂਕਰੇਨ ਕਹਿੰਦੇ, ਤੇ ਇੰਨੇ 18-20 ਭਾਰਤੀ ਉੱਥੇ। ਹਰ ਮੁਲਕ 'ਚ ਭਾਰਤੀ ਹੈ। ਮੈਂ ਤਾਂ ਹੈਰਾਨ ਹਾਂ ਸੁਣ ਕੇ। ਕੋਈ ਮੁਲਕ ਦੇਖ ਲਓ, ਜਿਵੇਂ ਪੰਜਾਬ 'ਚ ਇੱਕ ਵੇਲਾ ਸੀ, ਕਹਿੰਦੇ ਇੱਟ ਚੱਕੋ ਸਿੰਗਰ, ਇੱਕ ਵੇਲਾ ਸੀ ਪੰਜਾਬ 'ਚ ਕਹਿੰਦੇ ਹੁੰਦੇ ਸੀ। ਮੈਂ ਹੁਣ ਦੇਖਦਾ ਵੀ ਜਿਹੜੇ ਮਰਜ਼ੀ ਮੁਲਕ ਦੀ ਤਾਕੀ ਖੋਲ੍ਹ ਲਓ, ਭਾਰਤੀ ਹੁੰਦੇ ਉੱਥੇ। ਜਹਾਜ਼ ਦੀ ਖੋਲ੍ਹ ਲਓ ਚਾਹੇ ਕਿਸੇ ਮੁਲਕ ਦੇ। ਸੋ ਉਮੀਦ ਕਰਾਂਗੇ ਕਿ ਸਾਡੇ ਸਾਰੇ ਭਾਰਤੀ ਸਹੀ ਸਲਾਮਤ ਵਾਪਸ ਆਉਣ। ਭਾਰਤ ਸਰਕਾਰ ਲਿਆ ਵੀ ਲਈ ਹੈ ਔਰ ਭਾਰਤ ਸਰਕਾਰ ਦਾ ਧੰਨਵਾਦ। ਸਾਡੇ ਪੰਜਾਬ ਵਾਲੇ ਕਈ ਮੁੜਿਆ, ਕਈ ਹਜੇ ਵੀ ਉੱਥੇ ਹੈ। ਆਸ ਕਰਾਂਗੇ ਸਾਰੇ ਆ ਜਾਣਗੇ। ਪਰ ਮੈਨੂੰ ਇੱਕ ਗੱਲ ਥੋੜ੍ਹੀ ਜਿਹੀ ਚੰਗੀ ਵੀ ਲੱਗੀ ਕਿ ਰੂਸ ਦੀ ਜਿਹੜੀ ਆਰਮੀ ਹੈ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਸਿਵਿਲੀਅਨ ਨੇ, ਜਿਹੜੇ ਆਮ ਲੋਕ ਨੇ, ਕਿਸੇ ਦਾ ਨੁਕਸਾਨ ਨਾ ਹੋਵੇ। ਔਰ ਕਈ ਭਾਰਤੀ ਵਿਦਿਆਰਥੀਆਂ ਦੀ, ਮੈਂ ਇੱਕ ਟੈਲੀਵਿਜ਼ਨ ਚੈਨਲ ਸਾਡਾ ਰਾਸ਼ਟਰ ਭਗਤ TV ਹੈ ਇੱਕ, ਮੈਂ ਉਹ 'ਤੇ ਸੁਣ ਰਿਹਾ ਸੀ ਕਿ ਸਾਡੇ ਭਾਰਤੀ ਵਿਦਿਆਰਥੀਆਂ ਦੀ ਮਦਦ ਵੀ ਕੀਤੀ ਰੂਸ ਦੀ ਫੌਜ ਨੇ। ਇਹ ਮੈਂ ਖਬਰ ਦੀ ਸੁਣੀ ਸੀ। ਸੋ ਬੜੀ ਚੰਗੀ ਗੱਲ ਹੈ। ਫੌਜ ਕਿਸੇ ਵੀ ਮੁਲਕ ਦੀ ਹੋਵੇ, ਫੌਜ ਦੀ ਇੱਜ਼ਤ ਹੁੰਦੀ ਹੈ ਔਰ ਫੌਜ ਨੂੰ ਇਸੇ ਕਰਕੇ ਸਲੂਟ ਹੈ ਕਿਉਂਕਿ ਫੌਜ ਬੜੇ ਡਿਸਪਲਿਨ 'ਚ ਹੁੰਦੀ ਹੈ। ਸੋ ਫੌਜ ਨਾਲ ਆਪਸ 'ਚ ਉੱਥੇ ਜਿਵੇਂ ਮਰਜ਼ੀ ਲੜੇ, ਆਮ ਲੋਕਾਂ ਦੀ ਜ਼ਿੰਦਗੀ ਤਾਂ ਜ਼ਰੂਰ ਬਚਣੀ ਚਾਹੀਦੀ ਹੈ ਜੀ। ਡੱਲਰ ਸਾਹਿਬ, ਹੁਣ ਸਮਾਪਤੀ ਵੱਲ ਵਧਦੇ ਹਾਂ ਜੀ। ਤੁਸੀਂ ਆਪਣੇ ਵਿਚਾਰ ਰੱਖੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ।